ਵੈਲਕਮ ਮਾਈ ਡੀਅਰ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਵੀਕਲੀ ਟੈਸਟ ਨੰਬਰ 3 ਦੇ ਸਾਰੇ ਕੁਐਸਚਨਸ ਨੂੰ ਸੋਲਵ ਕਰਾਂਗੇ, ਜਿਹਦੇ ਵਿੱਚ ਆਏ ਸੀ ਬੇਟਾ ਚੈਪਟਰ ਨੰਬਰ 2 ਤੇ ਚੈਪਟਰ ਨੰਬਰ 4 ਦੇ ਕੁਐਸਚਨਸ। ਸਭ ਤੋਂ ਪਹਿਲਾਂ ਹੈ ਸੈਕਸ਼ਨ ਏ, ਜਿਹਦੇ ਵਿੱਚ ਨੇ 2 ਨੰਬਰ ਵਾਲੇ ਕੁਐਸਚਨਸ। ਪਹਿਲਾ ਕੁਐਸਚਨ ਹੈ ਸੋਲਵ ਦਾ ਇਕੁਏਸ਼ਨ, ਸਮੀਕਰਨ ਨੂੰ ਹੱਲ ਕਰੋ। तो समीकरण केड़ी दिती हुई है राजे 8x - 3 बटे 3x बराबर हैगा देखो 2। हुण 2 दे ओवर कुछ भी नहीं हैगा, तुसीं अपनी सहूलत दे लई उसदे ओवर च 1 लिख सकते हो। ठीक है, तो सब तो पहला ये देखना आपां कि दोनों तरफ ही ओवरां च रकम है। ठीक है, तो इनू सॉल्व किवें करदे हुंदे आ, क्रॉस मल्टीप्लाई करके ऐदां 1 नूं इधरले पासे मल्टीप्लाई करना है, 3x नूं आपां राइट साइड जाके मल्टीप्लाई करना है। ਉਹਦੇ ਲਈ ਗਲਤੀ ਨਾ ਹੋਵੇ ਤਾਂ ਤੁਹਾਨੂੰ ਇੱਕ ਟ੍ਰਿਕ ਦੱਸਦੀ ਹਾਂ। ਸਭ ਤੋਂ ਪਹਿਲਾਂ ਜੋ ਅੰਸ਼ ਹੈ ਨਿਊਮੀਰੇਟਰਸ ਹੈ ਉਹਨਾਂ ਨੂੰ ਲਿਖ ਲਓ। ਫਿਰ ਆਪਾਂ ਨੂੰ ਪਤਾ ਹੈ ਕਿ ਲੈਫਟ ਸਾਈਡ ਕੀ ਲੈ ਕੇ ਆਉਣਾ ਹੈ 1, ਉਹਦੇ ਨਾਲ ਮਲਟੀਪਲਾਈ ਕਰੋ। ਰਾਈਟ ਸਾਈਡ ਕੀ ਲੈ ਕੇ ਜਾਣਾ ਹੈ 3x, ਇਹਦੇ ਨਾਲ ਮਲਟੀਪਲਾਈ ਕਰੋ। ਬ੍ਰੈਕਟਾਂ ਖੋਲ ਲਓ ਕਿਉਂਕਿ 1 ਨਾਲ ਹੀ ਮਲਟੀਪਲਾਈ ਹੋ ਰਿਹਾ ਸੀ, ਕੋਈ ਫਰਕ ਨਹੀਂ ਪਿਆ। ਰਾਈਟ ਸਾਈਡ 'ਤੇ ਬਣ ਗਿਆ 3 दूਣੀ 6x। ਹੁਣ ਦੋਨੋਂ ਵੇਰੀਏਬਲ ਆਪਾਂ ਇੱਕ ਪਾਸੇ ਲੈ ਕੇ ਆਣੇ ਨੇ। 6x ਰਾਈਟ ਸਾਈਡ ਤੇ ਸੀਗਾ ਪੋਜ਼ਿਟਿਵ, ਆਪਾਂ ਲੈਫਟ ਸਾਈਡ ਤੇ ਲੈ ਆਏ ਤਾਂ ਕੀ ਹੋ ਗਿਆ ਜੀ ਨੈਗੇਟਿਵ। 3 ਆਪਾਂ ਰਾਈਟ ਸਾਈਡ ਤੇ ਲੈ ਗਏ, ਕੀ ਹੋ ਗਿਆ ਪੋਜ਼ਿਟਿਵ। ਠੀਕ ਹੈ, ਜੋ ਸਾਈਨ ਹੈ ਚੇਂਜ ਹੁੰਦਾ ਤਾਂ ਤੁਹਾਨੂੰ ਹੁਣ ਬੇਸਿਕ ਗੱਲਾਂ ਪਤਾ ਹੀ ਨੇ, ਹੈ ਨਾ। ਦੇਖੋ 8x ਚੋਂ 6x ਘਟਾਏ 2x ਆ ਗਿਆ ਪੋਜ਼ਿਟਿਵ ਸਾਈਨ ਨਾਲ, ਬਰਾਬਰ ਕਿੰਨਾ 3। ਤਾਂ x ਦਾ ਆਂਸਰ ਕਿੰਨਾ ਆਏਗਾ 3 ਬਟੇ 2। 2 ਨਾਲ ਮਲਟੀਪਲਾਈ ਹੋ ਰਿਹਾ ਨਾ, ਗੁਣਾ ਹੋ ਰਿਹਾ ਤਾਂ ਉਹਨੇ ਬਟੇ 'ਚ ਜਾਣਾ। ਤਾਂ ਆਪਣੇ ਕੋਲੇ ਸਮੀਕਰਨ ਦਾ ਆਂਸਰ ਕਿੰਨਾ ਆ ਗਿਆ ਬੇਟਾ x = 3/2। ਦਾ ਫਸਟ ਕੁਐਸਚਨ ਆਪਣਾ ਸੋਲਵ ਹੋ ਗਿਆ। ਸੈਕਿੰਡ ਦੇਖਦੇ ਹਾਂ। ਸੈਕਿੰਡ ਕੁਐਸਚਨ ਜਿਹੜਾ ਹੈ ਉਹ ਵੀ ਇੱਕ ਇਕੁਏਸ਼ਨ ਹੈ। ਕਿੱਦਾਂ ਦੀ ਦੇਖੋ 5x + 7/2 = 3x/2 - 14। ਜਦੋਂ ਇਹਨੂੰ ਧਿਆਨ ਨਾਲ ਦੇਖਦੇ ਹੋ ਬੇਟਾ ਦੋਨੋਂ ਸਾਈਡ 'ਤੇ ਵੇਰੀਏਬਲ ਨੇ, ਤਾਂ ਤੁਸੀਂ ਪਹਿਲਾਂ ਵੇਰੀਏਬਲ ਯਾਨੀ ਕਿ ਚੱਲ ਇੱਕ ਪਾਸੇ ਲੈ ਕੇ ਆਓਗੇ। ਚੱਲ ਵਾਲੀ ਰਕਮ ਕਿਹੜੀ ਹੈ 3x/2, ਜਿਹੜੀ ਕਿ ਰਾਈਟ ਸਾਈਡ 'ਤੇ ਪੋਜ਼ਿਟਿਵ ਹੈ। ਹੁਣ ਤੁਸੀਂ ਇੱਧਰ ਲੈਫਟ 'ਤੇ ਲੈ ਕੇ ਆਓਗੇ ਤਾਂ ਕਿਹਦੀ ਹੋ ਜੂਗੀ ਨੈਗੇਟਿਵ। ਰਾਈਟ ਸਾਈਡ 'ਤੇ -14 ਹੈਗਾ ਹੀ ਹੈ, ਤੁਸੀਂ ਇਸ ਰਕਮ ਨੂੰ ਜਿਹੜੀ ਕੌਂਸਟੈਂਟ ਹੈ 7/2 ਇਹਨੂੰ ਰਾਈਟ ਸਾਈਡ 'ਤੇ ਲੈ ਕੇ ਜਾਓਗੇ, ਨੈਗੇਟਿਵ ਹੋ ਗਈ। ਠੀਕ ਹੈ ਜੀ, ਹੁਣ ਤੁਸੀਂ ਲਗਾਓਗੇ ਬੇਟਾ ਬਟਰਫਲਾਈ ਮੈਥਡ, ਜਿਹਦੇ ਓਵਰ ਤੁਹਾਨੂੰ ਕੁਝ ਵੀ ਨਹੀਂ ਦਿਖ ਰਿਹਾ 1 ਲਿਖ ਲਓ ਸਹੂਲਤ ਵਾਸਤੇ। देखो 2 ਨੂੰ 5 ਨਾਲ ਗੁਣਾ ਕਰੋਗੇ 5 दूਣੀ 10x, 1 ਨੂੰ 3 ਨਾਲ ਗੁਣਾ ਕਰੋਗੇ -3x ਹੈ, 1 ਨੂੰ 2 ਨਾਲ ਗੁਣਾ ਕਰੋਗੇ ਇੱਥੇ ਆ ਗਿਆ 2। ਇਹ ਕਾਂਟੇ ਜਿਹੜੇ ਮੈਂ ਲਗਾ ਰਹੀ ਹਾਂ ਹੈ ਨਾ ਐਰੋ ਵਗੈਰਾ, ਇਹ ਤੁਹਾਡੇ ਮਾਈਂਡ 'ਚ ਹੀ ਹੋਣੇ ਚਾਹੀਦੇ ਨੇ। ਤਾਂ ਮੈਂ ਤੁਹਾਨੂੰ ਮੈਥਡ ਸਮਝਾ ਰਹੀ ਹਾਂ ਕਿ ਪਹਿਲਾਂ ਇੱਧਰ ਮਲਟੀਪਲਾਈ ਕਰਨਾ, ਫਿਰ ਇੱਧਰ ਮਲਟੀਪਲਾਈ ਕਰਨਾ, ਫਿਰ ਇਹਨਾਂ ਨੂੰ ਆਪਸ 'ਚ ਮਲਟੀਪਲਾਈ ਕਰਨਾ। ਦਿਸ ਇਜ਼ ਕਾਲਡ ਬਟਰਫਲਾਈ ਮੈਥਡ। ਤਾਂ ਹਾਂਜੀ 14 ਨੂੰ ਆਪਾਂ 2 ਨਾਲ ਮਲਟੀਪਲਾਈ ਕਰਾਂਗੇ -14 -28 ਆ ਗਿਆ। 1 ਨੂੰ -7 ਨਾਲ ਕਰਾਂਗੇ -7, ਓਵਰ 'ਚ ਕਿੰਨਾ ਹੈ 2। ਹੁਣ ਦੇਖੋ ਜੀ ਪਲੱਸ ਦਾ 10 ਹੈ ਮਾਈਨਸ ਦਾ 3 ਹੈ, ਕਿੰਨਾ ਬਣ ਗਿਆ 7x/2। ਮਾਈਨਸ ਦਾ 28 ਹੈ ਮਾਈਨਸ ਦਾ ਹੀ 7 ਹੈ, ਤਾਂ ਮਾਈਨਸ ਦੇ ਕਿੰਨੇ ਬਣ ਗਏ 35। ਵੈਲਿਊ ਕਿਹਦੀ ਚਾਹੀਦੀ ਹੈ ਜੀ x ਦੀ। ਤਾਂ x ਦੇ ਨਾਲ ਜਿਹੜੇ ਵੀ ਡਿਜਿਟਸ ਹੈਗੇ ਨੇ ਉਹ ਰੈਸੀਪ੍ਰੋਕਲ ਹੋ ਕੇ ਉਲਟ ਹੋ ਕੇ ਦੂਸਰੇ ਪਾਸੇ ਚਲੇ ਜਾਣਗੇ। 2 ਨਾਲ ਡਿਵਾਈਡ ਹੋ ਰਿਹਾ ਹੈ, ਉਹ ਦੂਸਰੇ ਪਾਸੇ ਜਾ ਕੇ ਮਲਟੀਪਲਾਈ ਹੋ ਜਾਏਗਾ। 7 ਨਾਲ ਮਲਟੀਪਲਾਈ ਹੋ ਰਿਹਾ ਹੈ, ਦੂਸਰੇ ਪਾਸੇ ਜਾ ਕੇ ਡਿਵਾਈਡ ਹੋ ਜਾਏਗਾ। 2 ਨਾਲ 2 ਕੈਂਸਲ ਹੋ ਗਿਆ, 7 ਨਾਲ 35 ਕੈਂਸਲ ਹੋ ਗਿਆ। ਤਾਂ x ਦਾ ਆਂਸਰ ਕਿੰਨਾ ਆ ਗਿਆ ਬੱਚੇ -5। ਕਲੀਅਰ ਹੈ ਬੇਟਾ ਇਹ ਕੁਐਸਚਨ ਸੈਕਿੰਡ ਜਿਹੜਾ ਸੀ। ਚਲੋ ਫਿਰ ਨੈਕਸਟ 'ਤੇ ਚੱਲਦੇ ਹਾਂ। ਹਾਂਜੀ ਨੈਕਸਟ ਹੈਗਾ ਆਪਣੇ ਕੋਲੇ ਭਾਗ ਆੜਾ। ਇਹਦੇ ਵਿੱਚ ਹੈਗੇ ਨੇ 4 ਨੰਬਰ ਵਾਲੇ ਕੁਐਸਚਨਸ। ਹਾਂਜੀ ਬੇਟਾ, ਤਾਂ ਭਾਗ ਆੜੇ ਦਾ ਜਿਹੜਾ ਫਸਟ ਕੁਐਸਚਨ ਹੈ ਦੇਖੋ, ਬੰਸੀ ਦੇ ਕੋਲ ਕੁੱਲ ਸਿੱਕੇ 2 ਰੁਪਏ ਵਾਲੇ ਅਤੇ 5 ਰੁਪਏ ਵਾਲੇ ਨੇ। ਠੀਕ ਹੈ, ਜੇਕਰ 2 ਰੁਪਏ ਵਾਲੇ ਸਿੱਕੇ ਦੀ ਸੰਖਿਆ 5 ਰੁਪਏ ਵਾਲੇ ਸਿੱਕਿਆਂ ਦੀ ਸੰਖਿਆ ਦੀ 3 ਗੁਣਾ ਹੈ, ਤਾਂ ਉਹਨਾਂ ਦੇ ਕੋਲ ਮੁੱਲਾਂ ਦਾ ਕੁੱਲ ਜੋੜ 77 ਰੁਪਏ ਹੈ। ਤਾਂ ਦੋਨਾਂ ਤਰ੍ਹਾਂ ਦੇ ਸਿੱਕਿਆਂ ਦੀ ਸੰਖਿਆ ਪਤਾ ਕਰੋ। ਇੰਗਲਿਸ਼ ਦੇਖੋ, ਬੰਸੀ ਹੈਜ਼ 3 times as many 2 rupee coins as he has 5 rupee coins। ਪਹਿਲਾਂ ਤਾਂ ਇਹਦੀ ਪਹਿਲੀ ਲਾਈਨ ਪੜ੍ਹ ਕੇ ਇਹਨੂੰ ਮੰਨੋ, ਤੁਸੀਂ ਕੀ ਮੰਨੋਗੇ, ਕਿਹੜੇ ਸਿੱਕਿਆਂ ਨੂੰ ਤੁਸੀਂ ਮੰਨੋਗੇ। ਦੇਖੋ ਬੇਟਾ
2 रुपए वाले सिक्कियां की गिनती 5 रुपए वालियां दी सिक्कियां की गिनती का 3 गुणा है। ਇਹਦਾ मतलब 5 रुपए वाले सिक्के ने ਉਹਦੇ बारे ਤੁਹਾਨੂੰ कुछ भी नहीं पता, पर ਜਿਹੜੇ 2 रुपए वाले सिक्के ने ਉਹਦੇ बारे पता है भी वो तिगने ने। ठीक है, तो तुसी लैट करो, लैट ₹5 नंबर ऑफ, इत्थे लिखांगे लैट, एक मिनट, लैट नंबर ऑफ ₹5 कॉइनस किन्ने ने एक्स। पंजाबी च लिखोगे मनो 5 रुपए वाले सिक्कियां दी गिणती। ठीक है जी, एक्स है तो सो नंबर ऑफ ₹2 कॉइनस, तो 2 रुपए वाले सिक्कियां की गिणती किन्नी होगी वो आपां नूं स्टेटमेंट ने दसता, 3 गुणा, तो 3 नाल गुणा कर दो। ठीक है जी, हुण अगे की कह रहे हैं कि जेडे जिन्ने उहदे कोल पैसे ने टोटल किन्ने ने 77 रुपए। ठीक है, किन्ने पैसे ने उहदे कोले 77 रुपए। हुण ये किवें बनूगा, अकॉर्डिंग टू क्वेश्चन 5-5 रुपए वाले एक्स सिक्के ने, तो यदा मतलब उहदे कोल टोटल किन्नी वैल्यू है, किन्ना मुੱਲ है, 5 गुणा एक्स। किवें बेटा, जे तुहाडे कोल 5-5 रुपए वाले 2 सिक्के ने तो तुहाडे कोले असल च किन्ने पैसे ने, 10 रुपए। तो सेम इत्थे गल है भी जो उहदे कोल 5-5 रुपए वाले एक्स सिक्के ने तो उहदे कोल कुल मनी किन्नी है, 5x। ठीक है बेटा, तो जेडे 2-2 रुपए वाले सिक्के ने वो किन्ने ने, 3x। तो जो इन्हों प्लस करते हैं, देखो मैं पहले ही प्लस लिखता, जो आप इन्हों प्लस करते हैं तो वो टोटल मनी किन्नी बन जाती है, 77 रुपए। देखो पहले तो मैनू ये दसो भी थोनू इन्नी गल समझ आ गई। बिल्कुल भी मुश्किल नहीं है, थोड़ा जा ध्यान दे के कल्ले कल्ले शब्द ते ध्यान दे के आप मिनट च ये लिख सकते हैं, बस थोड़ा जा ध्यान देना। ठीक है, हुण इनू अगे हल कर लो, 5x प्लस 3 दूनी कितना बन गया जी, 6x बराबर 77। 6 ते 5 जुड़ गए जी 11x बराबर 77। तो x कितना आ गया बेटा, 77/11 कट गया, x की वैल्यू कितनी आ गई, 7। तो x आपां मन्निया कि सी, देखो 5-5 रुपए वाले सिक्के, तो नंबर ऑफ ₹5 कॉइनस, तो 7 सिक्के ने तुहाडे कोले। ऑल्सो नंबर ऑफ ₹2 कॉइनस, तो 2-2 रुपए वाले किन्ने होणगे, तिगणे सी इहदे नालों, तो 7 तिया 21, तो 21 सिक्के 2-2 रुपए वाले ने। हुण देखते हैं आपां क्वेश्चन सही सॉल्व किया कि गलत करता, चैक करना है। ठीक है, मतलब पड़ताल करनी है भी साडा आंसर सही है कि गलत है। चलो 5-5 रुपए वाले 7 सिक्के ने, तो यदा मतलब टोटल मनी उहदे कोल किन्नी है, 35। 2-2 रुपए वाले उहदे कोल 21 सिक्के ने, तो यदा मतलब उहदे कोल टोटल मनी किन्नी है, 21 दूना 42। जोड़ के देखो बेटा कि ये 77 बनते हैं, यस, तो ये 77 बनते हैं। आपां आंसर बिल्कुल सही पता किया। ठीक है बेटा, ये समझ आ गया। हुण आपां इस तो नैक्सट क्वेश्चन करते हैं। हाँ जी, तो नैक्सट क्वेश्चन है राजे, नैक्सट क्वेश्चन है, देखो अनु अते राज दी वर्तमान उम्र का अनुपात। तो 2 बच्चे ने प्रेजेंट एजिज दित्तियां हुई ने ऑफ अनु एंड राज आर इन द रेशो 4:5। 8 ईयरस फ्रॉम नाउ, हुण तो 8 साल बाद, द रेशो ऑफ देयर एजिज विल बी 5:6। जो 8 साल बाद उन्होंने उम्रां नूं आपां बटे करके देखांगे तो कितना आंसर आऊगा जी, 5/6 रेशो का मतलब। ठीक है, फाइंड देयर प्रेजेंट एजिज, तो उन्हों दियां हुण दियां उम्रां पता करो, वर्तमान उम्रां। तो सब तो सौखा मैथड बेटा, जदों अनुपात दिता होया तो उसनूं लैट कर लो। तो मनो अनु की उम्र कितनी होगी जी, क्योंकि अनु ते राज इन्हां दियां उम्रां की रेशो कितनी दिती हुई है, 4:5। तो आप अनु की उम्र मान ली 4x है। ठीक है, तो राज की उम्र वर्तमान भी लिख सकते हैं इत्थे शब्द। ठीक है, इत्थे एक शब्द होर ऐड कर दो, वर्तमान उम्र, तो ये कितनी होगी, 5x। हुण उन्होंने कहा सी 8-8 साल बाद की उम्र, हुण आपां इन्हां दी 8 साल बाद की उम्र लिखांगे। 8 साल बाद अनु की उम्र, इंग्लिश कितना लिखोगे बेटा, आ 2 लाइन्स तो क्लीयर ने ना, लैट अनुज एज एंड एज ऑफ राज।
ਪ੍ਰੈਜ਼ੈਂਟ ਏਜ ਵੀ ਲਿਖ ਸਕਦੇ ਹੋ। ਠੀਕ ਹੈ, ਇੱਥੇ ਕੀ ਲਿਖੋਗੇ, ਅਨੂਜ਼ ਏਜ ਆਫਟਰ 8 ਈਅਰਸ, 8 ਸਾਲ ਬਾਅਦ। ਠੀਕ ਹੈ, ਜਾਂ 8 ਈਅਰਸ ਫਰੋਮ ਨਾਓ, ਇਹ ਸ਼ਬਦ ਵੀ ਕਹਿ ਸਕਦੇ ਹੋ। ਤਾਂ ਇਹ ਬਣ ਗਈ ਬੇਟਾ 4x + 8। ਸੇਮ ਵਰਡਿੰਗ ਦੇ ਵਿੱਚ ਆਪਾਂ ਇੱਥੇ ਅਨੂ ਦੀ ਜਗ੍ਹਾ ਕੀ ਲਿਖ ਦੇਣਾ, ਰਾਜ। ਤਾਂ ਉਸਦੀ ਉਮਰ ਕਿੰਨੀ ਹੋ ਜਾਏਗੀ, 5x + 8। ਤਾਂ ਮੇਨ ਕੰਮ ਆਪਾਂ ਕਰ ਲਿਆ, 8-8 ਸਾਲ ਬਾਅਦ ਦੀ ਉਮਰ ਲਿਖ ਲਈ। ਹੁਣ ਦੇਖਦੇ ਹਾਂ ਕੁਐਸਚਨ ਕਹਿੰਦਾ ਕੀ ਹੈ। ਅਕੋਰਡਿੰਗ ਟੂ ਕੁਐਸਚਨ, ਤਾਂ ਕਹਿੰਦੇ ਜਦੋਂ ਆਪਾਂ 8-8 ਸਾਲ ਬਾਅਦ ਦੀ ਇਹਨਾਂ ਦੀ ਏਜ ਫਾਈਂਡ ਕਰਦੇ ਹਾਂ, ਤਾਂ ਜਦੋਂ ਉਹਨਾਂ ਦੀ ਰੇਸ਼ੋ ਕੱਢਾਂਗੇ ਤਾਂ ਰੇਸ਼ੋ ਬਣ ਜਾਂਦੀ ਹੈ ਬੱਚੇ 5:6, ਮਤਲਬ 5/6। ਠੀਕ ਹੈ, ਮਤਲਬ 8-8 ਸਾਲ ਬਾਅਦ ਜੋ ਉਹਨਾਂ ਦੀਆਂ ਉਮਰਾਂ ਬਣੀਆਂ, ਉਹਨਾਂ ਦੀ ਰੇਸ਼ੋ ਕਿੰਨੀ ਬਣ ਜਾਂਦੀ ਹੈ, 5/6। ਕਲੀਅਰ ਹੋ ਗਿਆ ਬੇਟਾ, ਕਲੀਅਰ ਇੱਥੇ ਤੱਕ। ਹੁਣ ਦੇਖੋ ਇਹਨੂੰ ਸੋਲਵ ਕਰਨਾ। ਸੋਲਵ ਕਿਵੇਂ ਕਰਨਾ ਹੈ, ਦੇਖੋ ਓਵਰ 'ਚ ਆ ਗਏ ਨਾ ਕੁਐਸਚਨ, ਤਾਂ ਕ੍ਰੋਸ ਮਲਟੀਪਲਾਈ। ਪਹਿਲਾਂ ਨਿਊਮੀਰੇਟਰਸ ਉੱਥੇ ਸੈੱਟ ਕਰ ਲਓ, ਫਿਰ ਡਿਨੋਮੀਨੇਟਰਸ ਨਾਲ ਕ੍ਰੋਸ ਕਰ ਦਿਓ। 6 ਲੈਫਟ 'ਤੇ ਆ ਕੇ ਕ੍ਰੋਸ ਮਲਟੀਪਲਾਈ ਹੋ ਗਿਆ, ਅਤੇ 5x + 8 ਰਾਈਟ 'ਤੇ ਜਾ ਕੇ ਬਰੈਕਟਾਂ ਖੋਲ੍ਹ ਲਓ ਜੀ। 6 ਚੌਕਾ 24x, ਪਹਿਲੇ ਅੱਖਰ ਨਾਲ ਮਲਟੀਪਲਾਈ ਹੋਊਗਾ, ਫਿਰ ਦੂਸਰੇ ਨਾਲ, ਪਲੱਸ 8 6 48, 5 5 25x + 8 5 40। ਠੀਕ ਹੈ ਬੇਟਾ, ਇੱਥੇ ਤੱਕ ਪਹੁੰਚ ਗਏ। ਹੁਣ ਆਪਾਂ x ਵਾਲੇ ਡਿਜਿਟਸ ਇੱਕ ਪਾਸੇ ਲੈ ਆਓ, ਵੇਰੀਏਬਲ ਇੱਕ ਪਾਸੇ ਲੈ ਆਓ, ਕੌਂਸਟੈਂਟ ਦੂਜੇ ਪਾਸੇ ਲੈ ਜਾਓ। ਠੀਕ ਹੈ, 25x ਆਪਾਂ ਇੱਧਰ ਲੈ ਕੇ ਆਏ, ਨੈਗੇਟਿਵ ਹੋ ਗਿਆ। 48 ਆਪਾਂ ਰਾਈਟ 'ਤੇ ਲੈ ਕੇ ਗਏ, ਨੈਗੇਟਿਵ ਹੋ ਗਿਆ। ਹੁਣ ਬੇਟਾ ਇੱਥੇ ਬਹੁਤ ਧਿਆਨ ਦੇਣਾ, ਆਪਣੇ ਕੋਲ ਪਲੱਸ ਦਾ 24 ਹੈ, ਮਾਈਨਸ ਦਾ 25 ਹੈ। ਤਾਂ ਦੇਖੋ ਇਹ ਓਪੋਜ਼ਿਟ ਸਾਈਨ ਨੇ, ਹੋਣਾ ਤਾਂ ਮਾਈਨਸ ਹੀ ਹੈ। 25 ਚੋਂ 24 ਘਟਾਵਾਂਗੇ 1x ਹੀ ਰਹੂਗਾ, ਪਰ ਸਾਈਨ ਵੱਡੇ ਅੱਖਰ ਦਾ। ਕਈ ਬੱਚੇ ਕੀ ਕਰਦੇ ਨੇ, ਇੱਥੇ ਸਾਈਨ ਨਹੀਂ ਲਗਾਉਂਦੇ, ਫਿਰ ਉਹਨਾਂ ਦਾ ਹਾਫ ਮਾਰਕ ਕੱਟਿਆ ਜਾਂਦਾ। ਪਲੱਸ ਦਾ 40 ਹੈ ਦੇਖੋ ਰਾਈਟ 'ਤੇ, ਮਾਈਨਸ ਦਾ 48 ਹੈ। ਓਪੋਜ਼ਿਟ ਸਾਈਨ ਨੇ ਤਾਂ ਕਰਨਾ ਤੁਸੀਂ ਮਾਈਨਸ ਹੀ ਹੈ, ਪਰ ਨਿਸ਼ਾਨੀ ਵੱਡੇ ਅੱਖਰ ਦੀ ਰੱਖਣੀ ਹੈ। ਦੋਨੋਂ ਸਾਈਡਸ ਨੈਗੇਟਿਵ ਆ ਗਏ, ਕੈਂਸਲ ਕਰ ਦਿਓ। ਤਾਂ x ਕਿੰਨਾ ਆ ਗਿਆ ਰਾਜੇ ਤੁਹਾਡੇ ਕੋਲੇ, 8। ਤਾਂ ਪ੍ਰੈਜ਼ੈਂਟ ਏਜ ਆਫ ਅਨੂ, ਦੋਨਾਂ ਦੀ ਲਿਖ ਲੈਂਦੇ ਹਾਂ। ਪ੍ਰੈਜ਼ੈਂਟ ਏਜ ਆਫ ਰਾਜ ਆਪਾਂ ਕਿੰਨੀ ਲੈਟ ਕੀਤੀ ਸੀ, ਚੈੱਕ ਕਰੋ, 4x ਅਤੇ 5x। ਇਹਦੀ ਸੀਗੀ 4x, ਤਾਂ ਹੁਣ ਇਸ x ਦੀ ਥਾਂ 'ਤੇ ਆਪਾਂ ਕਿੰਨਾ ਪੁੱਟ ਕਰਨਾ ਹੈ, 8, ਕਿਉਂਕਿ ਆਪਾਂ ਵੈਲਿਊ ਫਾਈਂਡ ਕਰ ਚੁੱਕੇ ਹਾਂ। ਦੂਸਰੀ ਕਿੰਨੀ ਸੀਗੀ, 4 ਅਤੇ 5, ਇੱਥੇ ਲਿਖਾਂਗੇ 5 × 8। ਤਾਂ ਪਹਿਲਾਂ ਕਿੰਨੀ ਬਣ ਗਈ ਜੀ ਇਹਦੀ ਉਮਰ, 8 ਚੌਕਾ 32 ਸਾਲ, ਅਤੇ ਇਹਦੀ ਕਿੰਨੀ ਬਣ ਗਈ, 8 5 40। ਤਾਂ ਚੈੱਕ ਕਰਦੇ ਹਾਂ ਕਿ ਆਨਸਰ ਸਹੀ ਆਇਆ। ਪਹਿਲਾਂ ਤਾਂ ਇਹਨਾਂ ਦੀਆਂ ਪ੍ਰੈਜ਼ੈਂਟ ਏਜਿਸ ਦੀ ਹੋਈ ਰੇਸ਼ੋ ਕੱਢੋ। ਤਾਂ 8 ਚੌਕਾ 32, 8 5 40, ਹਾਂਜੀ ਇਹ ਤਾਂ ਸਹੀ ਆਈ ਹੈ, 4:5। ਅਤੇ ਜਦੋਂ 8-8 ਸਾਲ ਵੱਡੇ ਹੋ ਜਾਣਗੇ, ਇਹ ਜਦੋਂ 32 'ਚ 8 ਜੁੜਨਗੇ ਬੇਟਾ ਤਾਂ 40 ਸਾਲ ਦਾ, 40 'ਚ 8 ਜੁੜਨਗੇ ਤਾਂ 48 ਸਾਲ ਦਾ। ਹੁਣ ਕਿੰਨਾ ਕਿਹਾ ਸੀ ਇਹਨੇ, ਪਹਿਲਾਂ ਖੁਦ ਕਟਾ ਲਓ, 8 5 40, 8 6 48, ਚੈੱਕ ਕਰੋ, ਦੇਖੋ ਜੀ 5/6 ਹੀ ਕਿਹਾ ਸੀ, ਹੈ ਨਾ। ਤਾਂ ਆਪਾਂ ਨੇ ਆਨਸਰ ਸਹੀ ਕੱਢ ਲਿਆ। ਤਾਂ ਬੇਟਾ ਸਮਝ ਆ ਗਿਆ ਕੁਐਸਚਨ ਤੁਹਾਨੂੰ ਬਿਲਕੁਲ ਅੱਛੀ ਤਰ੍ਹਾਂ, ਹੈ ਨਾ। ਜਿੱਦਾਂ ਨਹੀਂ ਕੁਛ ਮਾੜੀ ਮੋਟੀ ਪ੍ਰੋਬਲਮ ਰਹਿ ਗਈ ਤਾਂ ਵੀਡੀਓ ਨੂੰ ਥੋੜ੍ਹਾ ਜਿਹਾ ਬੈਕ ਕਰਕੇ ਦੁਬਾਰਾ ਸਮ ਦੇਖ ਲਿਓ, ਪਰ ਪੈਨ ਪੈਨਸਿਲ ਆਪਣਾ ਕਾਪੀ ਲੈ ਕੇ ਸੋਲਵ ਜ਼ਰੂਰ ਕਰਕੇ ਦੇਖਿਓ, ਕਿਉਂਕਿ ਜਿੰਨੀ ਪ੍ਰੈਕਟਿਸ ਕਰੋਗੇ ਬੇਟਾ ਓਨੇ ਹੀ ਤੁਸੀਂ ਸਮਾਰਟ ਬਣਦੇ ਜਾਓਗੇ, ਓਨੇ ਹੀ ਇੰਟੈਲੀਜੈਂਟ ਬਣਦੇ ਜਾਓਗੇ। ਠੀਕ ਹੈ ਜੀ, ਨੈਕਸਟ ਕੁਐਸਚਨ ਕਰਦੇ ਹਾਂ। ਦੇਖੋ ਨੈਕਸਟ ਕੁਐਸਚਨ ਕੀ ਹੈ, ਇਹ ਹੈਗੀਆਂ ਨੇ ਰਚਨਾਵਾਂ। ਆਪਾਂ ਨੇ ਦੋਨੋਂ ਕੁਐਸਚਨਸ ਵਿੱਚ, ਇਹ ਲਾਸਟ ਕੁਐਸਚਨਸ ਨੇ ਤੁਹਾਡੇ ਟੈਸਟ ਦੇ, ਦੋਨੋਂ ਵਿੱਚ ਆਪਾਂ ਇੱਕ ਚਤੁਰਭੁਜ ਡਰਾ ਕਰਨੀ ਹੈ। ਤਾਂ ਇਹਦੇ ਲਈ ਮੈਨੂੰ ਵੀ ਪ੍ਰਕਾਰ ਪੈਨਸਲ ਚੱਕਣੀ ਪਏਗੀ ਨਾ, ਤਾਂ ਲੈਟਸ ਗੋ ਬਣਾਉਂਦੇ ਹਾਂ। ਹਾਂਜੀ, ਤਾਂ ਹੁਣ ਦੇਖੋ ਬੇਟਾ ਆਪਾਂ ਬਣਾਉਂਦੇ ਹਾਂ ਚਤੁਰਭੁਜ ABCD ਦੀ ਰਚਨਾ, ਜਿਸ ਵਿੱਚ ਆਪਾਂ ਨੂੰ AB BC CD ਐਂਗਲ B ਐਂਗਲ C ਗਿਵਨ ਹੈ। ਪਰ ਕੀ ਆਪਾਂ ਇੱਦਾਂ ਹੀ ਬਣਾਉਣਾ ਸ਼ੁਰੂ ਕਰ ਦਈਏ, ਤਾਂ ਸਭ ਤੋਂ ਪਹਿਲਾਂ ਆਪਾਂ ਕੀ ਬਣਾਉਣੀ ਹੈ, ਇਹਦੀ ਰਫ ਫਿਗਰ। ਪੈਨਸਲ ਨਾਲ ਹੀ ਬਣਾਓ। ਤਾਂ ਰਫ ਫਿਗਰ ਆਪਾਂ ਬਣਾ ਲਓ। ਕੀ ਨਾਮ ਦਿੱਤਾ ਹੋਇਆ ਬੱਚੇ, ABCD। ਤਾਂ AB ਕਿੰਨਾ ਇਹਦੇ ਵਿੱਚ
4 सेंटीमीटर, BC 5 सेंटीमीटर, CD 6.5 सेंटीमीटर, एंगल B 105 डिग्री, एंगल C 80 डिग्री। ठीक है जी। तो आप इन्हूं बनाउणा शुरू करते हैं। जिद्दां तुहानूं बेटा रफ फिगर दिख रही है तुसीं उदां ही इसनूं स्टार्ट करो। तुहानूं AB 4 सेंटीमीटर पहलां दिख रहा बेस। तो सब तो पहलां तुसीं इत्थों 0 मार्क तो 4 तक लाइन ड्रॉ करनी है। नाल दी नाल लिखो कितनी है ये AB 4 सेंटीमीटर। उस तो बाद तुसी B ते एंगल बनाना है 105 का। तो बेटा एंगल बनाना देखो तुसी ये 105 का जिहड़ा कोण है जे आप D नाल बना रहे हैं तो पहला देखो आप लाइन ते D सैट की। उस तो बाद की चैक करना होंदा है कि जो थोड़ी गिवन लाइन है अपनी लाइन इधरले पासे है तो वो 0 कित्थे आउंदा है, 0 आउटसाइड है, बाहर है। तो बाहर वाले ते लभो 105 कित्थे है। तो 100 तो उपर 5 लाइनस 105 डिग्री। क्लीयर हो गया ना कोण बनाउण दा ढंग। ये भुलना नहीं तुसीं। D साइड ते करदे हैं। इस पॉइंट्स नूं आपां बहुत ध्यान दे नाल मिला दिंदे हैं। ठीक है जी। हुण इस लाइन नूं देखो B ते आपां कितना एंगल बना चुके हैं बेटा 105 डिग्रीज। इस लाइन नूं हुण जिहड़ी B तो अपने को लाइन आई है इहनूं आपां किन्ने सेंटीमीटर कट करना है 5 सेंटीमीटर। तो मेजर करो 5 ते रखांगे। उस तो बाद 0 ते अपने कंपस नूं रखांगे। देखो जी क्लीयर दिख रहा है। मैं 5 सेंटीमीटर मेजर किया है। B पॉइंट ते रखना है। इस लाइन में तुसीं 5 सेंटीमीटर ते आर्क लगा देने, चाप लगा देनी है। ठीक है बेटा क्लीयर होगी गल। इत्थे तुसीं लिख दो 5 सेंटीमीटर ते पॉइंट किहड़ा आया बच्चे ये C। हुण तुसीं इस C पॉइंट के उपर कितना एंगल बनाना है 80। तो रफ फिगर कितनी हैल्प करती है ना। देखो हुण इहदे आपां D सैट की। तो बेटा अपनी लाइन किधर सीगी इधरली साइड। 0 कित्थे उहदे ते बाहर वाले पासे। बाहर वाली लाइन ते आपां ने 80 लभना है। तो लभ गया ना 80। तो 80 ते मार्क लगाओ। सॉरी हाँ जी। तो इहनूं आपां 80 जिथे बनाया है उन्होंने मिला दिंदे आ इस पॉइंट नाल 80। ठीक है बेटा देखो हुण इस लाइन नूं आपां किन्ना कटना जी 6.5 इधर नूं। तो 6.5 मैजर कर लो। 6 दे उपर 5 स्मॉल लाइनस 0 तक। क्लीयर है बेटा 6.5। तो लाइन तो अपने कोल छोटी है इनू पहला एक्सटेंड करना पऊगा। तो इत्थे रखिया आपां C पॉइंट ते 6.5 नाल दी नाल लिख लो। तो जिथे अपने कोले आर्क आई है किहड़ा पॉइंट मिल गया D। हुण इस A नूं इस D पॉइंट दे नाल बेटा मिला दो। तो ये अपने कोल बन जाएगी ABCD जिहड़ी है कोआर्डिलेटर। इत्थे आपां ये भी लिखना है C ते एंगल बनाया सी 80 डिग्री। क्लीयर है बेटा ये। हुण आपां इस तो नैक्सट वाली की रचना जिहड़ी है वो बनाउने आ। हाँ जी बेटा सैकेंड देखो रचना। इहदे विच आपां चतुर्भुज गोल्ड की रचना करनी है जिहदे विच आपां नूं सारियां साइड्स ही ने तकरीबन। ठीक है। तो आप रफ बना के देखते हैं कि किहड़ी साइड है कि विकर्ण है कि की है अपने कोले। तो एक्चुअल फिगर कित्थों क्लीयर होएगी रफ बना के। GOLD गोल्ड। उस तो बाद OL इत्थे कितना दिता होया 7.5 सेंटीमीटर। GL देखो बेटा ये पहला विकर्ण है 6 सेंटीमीटर। GD मतलब ए वाली साइड 6 सेंटीमीटर। LD दिस वन 5 सेंटीमीटर। तो OD देखो ए वाला विकर्ण भी तुहानूं दिता होया है 10 सेंटीमीटर। हुण प्रॉब्लम की आ गई देखो बेस तो है ही नहीं। जिथों आपां स्टार्ट करना वो बेस तो है ही नहीं। तो इसे रफ फिगर नूं आपां नूं या तो उल्टा देखना पऊगा या बनाउणा ही उल्टा पऊगा। मतलब
ये जिहड़ी फिगर तुहानूं जिस तरह दिख रही है ਉਹਨੂੰ ਇੱਥੋਂ जी लैके बना लो, GOLD, ठीक है। क्योंकि तुहानूं बना तो आपां इदां भी लवांगे, कोई प्रॉब्लम नहीं। इहनूं जे आपां नहीं बना रहे इस नाल भी बना लांगे, आपां LD नूं बेस लै लांगे। पर कई बार की हुंदा है बच्चा जिहड़ा है कन्फ्यूज़ हो जाता है, तो तुसीं कन्फ्यूज़ नहीं होना, फिगर का नाम ही ऐदां दे दो, ठीक है। तो ये जिहड़ा जिहड़ा आपां नूं पता है उवें उवें लिख दो। OLC 7.5, GLC 6 सेंटीमीटर, GDC 6 सेंटीमीटर, LDC LD 5 सेंटीमीटर ते OD 10। लो जी, तो अपनी रफ फिगर बन गई। शुरू करते हैं। बेस कितना है बेटा? 5। स्केल सैट किया, सीधा लगा लाइन के उपर 0 to 5 तक आपां लाइन ड्रॉ कर ली। नाल दी नाल नाम दे दिया करो ताकि कोई भी गलती की गुंजाइश ना रहे। एल दे अपने DL बना लिया 5 सेंटीमीटर। हुण L तो उपर वाली साइड आपां किन्ने दी आर्क लगानी है जी? 7.5। तो 7.5 मीनो क्लीयर है बेटा? 7.5। तो इत्थों L पॉइंट ते रख के आपां एक 7.5 की वड्डी जी आर्क लगा दो। आपां नूं नहीं पता इधरों आर्क कित्थे जाएगी, ठीक है। बाद चों आपां इहनूं मिटा सकते हैं। L तो 7.5। हुण L तो ही एक होर लाइन जा रही है, देखो इदां। किहड़ी है ये? LG कितनी है ये? 6 सेंटीमीटर। तो हुण 6 सेंटीमीटर मैजर करो। मैं बहुत स्लो तुहानूं दस रही हाँ ताकि तुहानूं बिल्कुल अच्छी तरह समझ आ जाए। देखो 6 सेंटीमीटर L पॉइंट ते ही रखना है, जिथे आर्क लगती है लगा लो, कोई चक्कर नहीं, ठीक है। थोड़ी लंबी लगा लिया करो। हुण आपां आ गए पॉइंट D ते। पॉइंट D तो उपर वाली साइड आपां किन्ने सेंटीमीटर की आर्क लगानी है? दिख रहा ना? 6 सेंटीमीटर। तो आपां ये 6 ही मैजर किया सी। D ते रखांगे इस लाइन नूं। देखो मैनू कोई प्रॉब्लम नहीं आई क्योंकि इधरों भी 6 ही सी। क्लीयर हो गया? तो ये जिहड़ा पॉइंट आया बच्चे अपने कोले, ये आया है G पॉइंट। G पॉइंट इसनूं मिलाओ। देखो इहदे नाल मिलाया, L नाल भी तो G मिली हुई है ना, इहनूं ज्वाइन करता, ठीक है बेटा। हुण इधरली साइड तो D तो आपां ए वाली आर्क नूं किन्ना कट्टना है जाके? DO या OD किन्नी है? 10 सेंटीमीटर। तो स्केल लवांगे 10 सेंटीमीटर मीनो 10। देखो इदा क्लीयर दिख रहा है? ओके 10 सेंटीमीटर। तो अपने D पॉइंट ते रखना है इस गिवन आर्क नूं 10 सेंटीमीटर कट देना। जिहड़ा ये पॉइंट आऊगा बेटा, ये किहड़ा आऊगा? O। इस O पॉइंट नूं तुसीं L नाल भी मिलाना है ते G नाल भी। ठीक है। ਜਿਹੜੇ ਜਿਹੜੇ ਹੁਣ ਸਾਈਡਸ ਦਿੱਤੀਆਂ ਹੋਈਆਂ ਸੀ ਉਹ ਵੀ ਨਾਲ ਦੀ ਨਾਲ ਲਿਖ ਲਓ। 7.5 ਸੀ, LG 6 सेंटीमीटर सी ते अपने कोले DG 6 सेंटीमीटर सी ते इस पॉइंट नूं भी आपां मिलाना है O नाल, क्योंकि DO भी आपां नूं दिता होया सी 10 सेंटीमीटर। ठीक है बेटा। तो ये अपनी बन गई चतुर्भुज गोल्ड। ठीक है जी, समझ आ गया तुहानूं सारिਆਂ ਨੂੰ चंगी तरह। ये दोनों ਜਿਹੜੀਆਂ रचनावां सीगियां तो इन्हां दी अपना घर बैठ के कापी, स्केल, डी, प्रकार, पेंसिल सब कुछ रख के अपने कोले खुद बना के लिखना है, फिर ही पता लगेगा कि ये समझ आ गई कि नहीं। ठीक है, करोगे ना प्रैक्टिस? तो ठीक है बेटा, प्रैक्टिस करो तो टर्म 2 दे विचों वधिया मार्क्स लो। बाय बेटा।